ਲੂਪਸ ਦੇ ਲੌਜਿਕ ਨੂੰ ਅੱਗੇ ਚੱਲਦੇ ਹੋਏ ਆਪਾਂ ਇੱਕ ਦੋ ਲੌਜਿਕ ਦੇਖਦੇ ਹਾਂ ਕਿਵੇਂ ਕ੍ਰੀਏਟ ਕਰਨੇ ਆ ਜਾਂ ਕੀ ਵੈਲਿਊਜ਼ ਹੈ। ਸਪੋਜ਼ n ਦੀ ਵੈਲਿਊ ਹੈ 1 2 3 4। ਮੈਂ ਇੱਕ ਲੂਪ ਲਗਾਈ ਵਾਈਲ n is greater than 0, x is equal to n ਮੋਡੂਲਸ 10। ਮੋਡੂਲਸ ਨਾਲ ਕੀ ਹੁੰਦਾ ਸੀ? ਰਿਮਾਈਂਡਰ। printf ਜਾਂ cout x n is equal to n divide by 10। ਠੀਕ ਹੈ, ਇਹ ਇੱਕ ਸਿੰਪਲ ਮੈਂ ਸਿੰਟੈਕਸ ਜਿਹਾ ਲਿਖਿਆ ਹੈ। ਤੁਸੀਂ ਇਸ ਨੂੰ ਮੈਥਮੈਟਿਕਲੀ ਸੋਲਵ ਕਰਕੇ ਦੇਖੋ ਵੀ ਕੀ ਆਊਟਪੁੱਟ ਆਣੀ ਚਾਹੀਦੀ ਹੈ। ਇਸ ਦੀ 2-3 ਮਿੰਟ ਲਓ ਵੀ ਇਸ ਦੀ ਆਊਟਪੁੱਟ ਕੀ ਆਣੀ ਚਾਹੀਦੀ ਹੈ, ਤੇ ਤੁਸੀਂ ਆਪਣੇ ਮੈਸੇਜ ਵਿੱਚ ਚੈਟ ਦੇ ਵਿੱਚ ਲਿਖ ਸਕਦੇ ਆ ਵੀ ਜੋ ਆਊਟਪੁੱਟ ਤੁਹਾਨੂੰ ਲੱਗਦਾ ਵੀ ਇਸ ਦੀ ਆਣੀ ਚਾਹੀਦੀ ਹੈ। ਠੀਕ ਹੈ, 2 ਮਿੰਟ ਲਓ ਵੀ ਇਸ ਦੀ ਆਊਟਪੁੱਟ ਮੈਥਮੈਟਿਕਲੀ ਕੀ ਹੋਣਾ ਕੀ ਚਾਹੀਦਾ, ਕੀ ਆਊਗੀ ਆਊਟਪੁੱਟ। 2 ਮਿੰਟ 'ਚ ਤੁਸੀਂ ਆਪਣੇ ਆਪ ਇਸ ਨੂੰ ਟਰਾਈ ਕਰੋ। ਜੋ ਟੋਟਲੀ ਪ੍ਰੋਗਰਾਮਿੰਗ ਹੈ ਉਹ ਮੈਥਮੈਟਿਕਸ ਹੀ ਹਨ। ਲਾਈਕ ਹੁਣ ਦੇਖੀਏ n is equal to 1 2 3 4 1 2 3 4 is greater than 0, yes। x is equal to n ਮੋਡੂਲਸ 10। n ਕਿੰਨਾ ਹੈ? 1 2 3 4। ਜਦੋਂ 1 2 3 4 ਨੂੰ 10 ਨਾਲ ਡਿਵਾਈਡ ਕਰਾਂਗੇ ਕੋਸ਼ੈਂਟ ਆ ਜਾਊਗਾ ਆਪਣਾ 1 2 3 ਐਂਡ ਰਿਮਾਈਂਡਰ ਵਿਲ ਬੀ 4। ਇਸ ਰਿਮਾਈਂਡਰ ਕਿੰਨਾ ਆ ਜਾਊਗਾ ਆਪਣਾ 4। ਮੈਂ ਸੀ ਆਊਟ ਕਰਤਾ x, ਕੀ ਪ੍ਰਿੰਟ ਹੋ ਜਾਊਗਾ ਆਪਣਾ 4। ਠੀਕ ਹੈ, n is equal to n ਡਿਵਾਈਡ ਬਾਈ 10। n ਕਿੰਨਾ ਸੀ? 1 2 3 4। ਹੁਣ ਜਦੋਂ ਆਪਾਂ ਨੂੰ ਡਿਵਾਈਡ ਬਾਈ 10 ਕੀਤਾ ਤਾਂ ਕੀ ਬਚ ਜਾਂਦਾ ਹੈ? ਕੋਸ਼ੈਂਟ ਕਿੰਨਾ ਆ ਗਿਆ? 1 2 3 1 2 3 1, ਕਿਉਂਕਿ ਲੂਪ ਹੈ ਇੱਥੇ ਖਤਮ ਨਹੀਂ ਹੋਇਆ ਪ੍ਰੋਗਰਾਮ, ਉਦੋਂ ਤੱਕ ਚੱਲੂਗਾ ਜਦੋਂ ਤੱਕ n ਦੀ ਵੈਲਿਊ 0 ਤੋਂ ਗ੍ਰੇਟਰ ਹੈ। 1 2 3 is greater than 0, yes। x is equal to n ਮੋਡੂਲਸ 10। ਹੁਣ n ਕਿੰਨਾ ਹੈ? 1 2 3 1 2 3 ਮੋਡੂਲਸ 10। ਕੀ ਪ੍ਰਿੰਟ ਹੋ ਗਿਆ? x ਦੀ ਵੈਲਿਊ 3 3 ਪ੍ਰਿੰਟ ਹੋ ਗਿਆ। ਨਾਓ 1 2 3 ਡਿਵਾਈਡ ਬਾਈ 10। 1 2 3 ਨੂੰ ਫਿਰ ਡਿਵਾਈਡ ਬਾਈ 10 ਕਰਤਾ ਹੈ। ਲਾਈਕ ਪਹਿਲਾਂ 1 2 3 ਸੀ, ਹੁਣ ਕਿੰਨਾ ਬਚ ਗਿਆ? ਇਹ 1 2 1 2 is greater than 0, yes। x is equal to n ਮੋਡੂਲਸ 10। n ਮੋਡੂਲਸ 10 n ਕਿੰਨਾ ਆ? 12 ਮੋਡੂਲਸ 10 2। ਸੀ ਆਊਟ x ਕੀ ਪ੍ਰਿੰਟ ਹੋ ਗਿਆ? 2। n is equal to n divide by 10। 1 2 divide by 10 1 1 is greater than equal to 0, yes। greater than है 0। x is equal to n ਮੋਡੂਲਸ 10। 1 ਹੈ ਹੁਣ, ਜਦੋਂ ਆਪਾਂ 1 ਨੂੰ 10 ਨਾਲ ਕਰਾਂਗੇ 0 ਤੇ ਗਿਆ 0। ਠੀਕ ਹੈ, ਰਿਮਾਈਂਡਰ ਕੀ ਬਚ ਗਿਆ? 1। ਰਿਮਾਈਂਡਰ ਕੀ ਬਚ ਗਿਆ ਆਪਣਾ? 1। x ਆਊਟ x 1 ਪ੍ਰਿੰਟ ਹੋ ਗਿਆ। n is equal to n ਡਿਵਾਈਡ ਬਾਈ 10। ਜਦੋਂ n ਕਿੰਨਾ ਹੈ ਹੁਣ? 1 1 ਨੂੰ ਜਦੋਂ 10 ਨਾਲ ਡਿਵਾਈਡ ਕਰਾਂਗੇ ਕੋਸ਼ੈਂਟ ਕੀ ਆ ਰਿਹਾ? 0। ਹੁਣ ਆਪਣੀ ਲੂਪ ਖਤਮ ਹੋਈ ਹੈ ਇੱਥੇ। ਦਿਸ ਮੀਨਸ ਆਊਟਪੁੱਟ ਕੀ ਆਊਗੀ ਆਪਣੀ? ਇਹ ਆਪਣੀ ਆਊਟਪੁੱਟ ਹੈ, ਇਹ ਆਪਣੀ ਆਊਟਪੁੱਟ ਆ। 1 ਮਿੰਟ ਚੈੱਕ ਕਰਕੇ ਦੇਖੋ ਵੀ ਇਹ ਕਲੀਅਰ ਹੈ। ਜੇ ਨਹੀਂ ਕਲੀਅਰ ਤਾਂ ਇੱਕ ਵਾਰ ਦੁਬਾਰਾ ਮੈਥਮੈਟਿਕਲੀ ਇਹਨੂੰ ਰਨ ਕਰਕੇ ਦੇਖੋ ਪ੍ਰੋਗਰਾਮ ਨੂੰ ਵੀ ਕਲੀਅਰ ਹੋਈ ਹੈ ਇਹ ਚੀਜ਼ ਕਿ ਲਾਈਕ ਇਸ ਨਾਲ ਤਾਂ ਪ੍ਰਿੰਟ ਹੋ ਗਿਆ ਸੀ ਆਪਣਾ 4 3 2 1। ਅਗਰ ਮੈਂ ਥੋੜਾ ਜਿਹਾ ਪ੍ਰੋਗਰਾਮ ਚੇਂਜ ਕਰਦਾ ਲਾਈਕ ਇੱਥੇ ਮੈਂ ਲਿਖਤਾ ਹੈ s is equal to s plus x cout ਜਾਂ printf s। ਸਟਾਰਟਿੰਗ ਦੇ ਵਿੱਚ ਆਪਣੇ ਇੰਟੀਜ਼ਰ ਹੈ n x s is equal to 0, ਉਹ ਤੁਸੀਂ ਲੈਣੀ ਹੈ। ਹੁਣ ਇਸ ਦੇ ਅਕੋਰਡਿੰਗ ਆਊਟਪੁੱਟ ਕੀ ਆਊਗੀ? 1 ਮਿੰਟ ਮੈਂ ਰੁਕ ਰਿਹਾ, 1 ਮਿੰਟ ਤੁਸੀਂ ਆਪਣੇ ਆਪ ਟਰਾਈ ਕਰੋ ਵੀ ਕੀ ਆਊਟਪੁੱਟ ਆਣੀ ਚਾਹੀਦੀ ਹੈ ਇਸ ਦੀ। ਹਾਂਜੀ, ਆਊਟਪੁੱਟ ਆਲਮੋਸਟ ਠੀਕ ਹੈ। ਜੋ ਇੱਕ ਗਲਤੀ ਕਰ ਰਹੇ ਆ ਹੁਣ ਦੇਖੋ, ਆਪ ਤੁਸੀਂ ਪ੍ਰਿੰਟ ਕਰਨਾ 4 7 9 10। ਇਹ ਇੱਕ ਤੋਂ ਜ਼ਿਆਦਾ ਵਾਰ ਉਦੋਂ ਪ੍ਰਿੰਟ ਹੋਊਗਾ ਜੇ ਆਪਣਾ ਜਿਹੜਾ ਆਪਣਾ ਉਹ ਹੈ
ਜੇ S ਨੂੰ ਮੈਂ ਲੂਪ ਦੇ ਅੰਦਰ ਲਿਖਦਾ, ਹੁਣ S ਕਿੱਥੇ ਲਿਖਿਆ ਹੋਇਆ ਆਪਾਂ? ਲੂਪ ਦੇ ਬਾਹਰ ਲਿਖਿਆ ਹੋਇਆ, ਠੀਕ ਹੈ ਨਾ। S ਕਿੱਥੇ ਲਿਖਿਆ ਹੋਇਆ ਆਪਾਂ? ਲੂਪ ਦੇ ਬਾਹਰ। ਇਹਦਾ ਮਤਲਬ ਕਿ S ਇਕੱਲਾ ਇੱਕੋ ਵੈਲਿਊ ਪ੍ਰਿੰਟ ਹੋਊਗੀ, ਕਿਹੜੀ? ਲਾਸਟ ਵਾਲੀ, ਠੀਕ ਹੈ ਨਾ। ਲਾਈਕ S ਪਹਿਲਾਂ ਕਿੰਨਾ? 0, X ਕਿੰਨਾ ਸੀ? 4, 0 + 4 4, ਅਗਲੀ ਵਾਰ X ਕਿੰਨਾ ਹੋ ਗਿਆ? 3, S ਕਿੰਨਾ ਸੀ? 4, 4 + 3 7, फिर S7 X2, 7 + 2 9, then S9 X1, 9 + 1 10। अगर मैं सी आउट ਨੂੰ ਇਸਦੇ ਅੰਦਰ ਲਿਖਦਾ ਫਿਰ ਤਾਂ ਜੋ ਤੁਸੀਂ ਲਿਖ ਰਹੇ ਹੈ 4 7 9 10 ਇਹ ਆਨਸਰ ਪ੍ਰਿੰਟ ਹੋਊਗਾ, ਪਰ ਹੁਣ ਮੈਂ ਲੂਪ ਦੇ ਬਾਹਰ ਲਿਖਿਆ ਇਸ ਨੂੰ, ਇਸ ਕਰਕੇ ਇੱਥੇ ਕੀ ਪ੍ਰਿੰਟ ਹੋਊਗਾ? ਕੇਵਲ ਆਊਟਪੁੱਟ ਵਿੱਚ ਕੀ ਆ ਜਾਊਗਾ? 10, ਠੀਕ ਹੈ ਨਾ। ਬਿਲਕੁਲ ਸਹੀ ਹੈ ਤੁਸੀਂ ਜੋ ਲਿਖਿਆ ਹੈ, ਬਟ ਇੱਕ ਵਾਰ ਪ੍ਰਿੰਟ ਹੋਊਗਾ ਕੱਲੀ ਲਾਸਟ ਵੈਲਿਊ, ਕਿਉਂਕਿ ਮੈਂ ਇਸ ਨੂੰ ਲੂਪ ਤੋਂ ਬਾਹਰ ਲਿਖਿਆ, ਠੀਕ ਹੈ ਨਾ। ਇਹ ਕੁਐਸਚਨ ਕਿਸ ਚੀਜ਼ ਦਾ ਬਣ ਗਿਆ? ਸਮ ਆਫ ਡਿਜਿਟਸ ਆਫ ਏ ਨੰਬਰ, ਸਮ ਆਫ ਡਿਜਿਟਸ ਆਫ ਏ ਨੰਬਰ। ਇੱਕ ਨੰਬਰ ਹੈ, ਉਹਨਾਂ ਦੀ ਡਿਜਿਟਸ ਦਾ ਸਮ ਕੀਤਾ, ਲਾਈਕ 1 2 3 4। ਅਗਰ ਮੈਂ ਇਸ ਦੀ ਜਗ੍ਹਾ ਤੇ C(n) ਕਰ ਲਾਂ, ਫਿਰ ਵੀ ਇਹ ਪ੍ਰੋਗਰਾਮ ਵਰਕ ਕਰੂਗਾ। ਜ਼ਰੂਰੀ ਨਹੀਂ ਵੀ 1 2 3 4 ਲਈ ਚੱਲੂਗਾ ਇਹ ਪ੍ਰੋਗਰਾਮ। ਜੋ ਆਪਾਂ ਇੱਥੇ ਵੈਲਿਊ ਲਿਖਾਂਗੇ, ਸਪੋਜ਼ ਮੈਂ ਲਿਖਤਾ 2 3 7, ਫਿਰ ਪਹਿਲਾਂ ਕੀ ਆ ਜਾਊਗਾ? 7 + 3 10, 10 + 2 12, ਠੀਕ ਹੈ ਨਾ। ਚਲੋ ਇਹ ਪ੍ਰੋਗਰਾਮ ਬਿਲਕੁਲ ਤੁਸੀਂ ਸਹੀ ਆਊਟਪੁੱਟ ਲਿਖੀ ਹੈ, ਬਟ ਇੱਕ ਗਲਤੀ ਹੈ, 10 ਨਹੀਂ ਆ, ਕੱਲਾ 4 7 9 10 ਬਾਰ-ਬਾਰ ਨਹੀਂ ਪ੍ਰਿੰਟ ਹੋਣਾ, ਕੱਲਾ ਇੱਕ ਵਾਰ ਪ੍ਰਿੰਟ ਹੋਣਾ ਹੈ। ਅਗਰ ਮੈਂ ਇਸ ਨੂੰ ਇਸ ਦੇ ਅੰਦਰ ਇੱਥੇ ਲਿਖਦਾ, ਸੀ ਆਊਟ S ਇੱਥੇ ਲਿਖਦਾ, ਫਿਰ ਜੋ ਐਗਜ਼ੈਕਟ ਤੁਸੀਂ ਆਊਟਪੁੱਟ ਲਿਖੀ ਹੈ 4 7 9 10 ਉਹੀ ਪ੍ਰਿੰਟ ਹੋਊਗੀ, ਠੀਕ ਹੈ। ਮੈਂ ਥੋੜਾ ਜਿਹਾ ਹੋਰ ਚੇਂਜ ਕਰ ਰਿਹਾ ਇਸ ਨੂੰ। ਹੁਣ ਤੁਸੀਂ ਇਸ ਦੀ ਆਊਟਪੁੱਟ ਬਣਾਉਣੀ ਹੈ, ਕੀ ਆਊਗੀ? ਹੁਣ ਇਸ ਦੀ ਆਊਟਪੁੱਟ ਲਿਖੋ, ਕੀ ਆਊਗੀ? ਪਹਿਲਾਂ ਕਾਪੀ ਤੇ ਸੋਲਵ ਕਰੋ, ਫਿਰ ਇਸ ਦੀ ਆਊਟਪੁੱਟ ਲਿਖੋ ਵੀ ਕੀ ਆਣੀ ਚਾਹੀਦੀ ਹੈ। ਹਾਂਜੀ, ਆਊਟਪੁੱਟ ਬਿਲਕੁਲ ਠੀਕ, 4 3 2 1, ਕਿਉਂਕਿ ਪਹਿਲਾਂ S 0 ਹੈ, 0 × 10 0 + 4 4। ਨੈਕਸਟ ਟਾਈਮ 4 × 10 40 + 3 43, ਫਿਰ 4 3 2, ਫਿਰ 4 3 2 1। यानी कि ये क्वेश्चन किस चीज़ का बनया अपना? अगर मैं केवल इन्ना को फार्मूला ही चेंज किया है, ये अपना बन गया अपना रिवर्स ऑफ ए नंबर, ठीक है ना। ये क्वेश्चन की है अपना रिवर्स ऑफ ए नंबर। एक नंबर का अगर आप रिवर्स फाइंड करना है तो आप ये लॉजिक लगावांगे। हुण एक वर्ड आता पैलेंड्रोम। पैलेंड्रोम की हुंदा है? पैलेंड्रोम वो है जिसका रिवर्स भी सेम ही होवे। लाइक मैं लिखा 1 2 1, 1 2 1 की है पैलेंड्रोम है। अगर मैं इसका रिवर्स करा फिर भी की रहूगा, वो पैलेंड्रोम ही रहूगा। स्ट्रिंग भी हो सकती है, नंबर भी हो सकता है। लाइक 1 2 1, अगर मैं इसका रिवर्स करा तो आंसर की आऊगा 1 2 1। ये की है पैलेंड्रोम। 1 2 3 का रिवर्स की है 3 2 1, ये की है नॉट पैलेंड्रोम, ठीक है। 1 2 3 2 1, इसका रिवर्स किया होगा 1 2 3 2 1, ये की है पैलेंड्रोम। हुण इस क्वेश्चन नूं ही आपां कन्वर्ट करांगे भी एक नंबर है उसनूं प्रिंट करना है भी वो पैलेंड्रोम है कि नहीं। हुण आपां नूं की मिल गया? एक नंबर भी मिल चुका है, उसका अपने कोल रिवर्स भी हैगा है। आपां हुण रिवर्स नूं चैक करना है भी वो ओरिजिनल नाल मैच करदा कि नहीं, ठीक है। लाइक उस की चेंजिस होणगियां, माइनर जिहियां चेंजिस है वो मैं तुहानूं दसदा। ये क्वेश्चन है अपना, ठीक है। ਆਪਾਂ उसका रिवर्स फाइंड कर लिया, एस ਦੇ ਵਿੱਚ ਕੀ ਆ ਗਿਆ उसका रिवर्स। ਹੁਣ ਇੱਥੇ ਮੈਨੂੰ ਲਗਾਣੀ ਪੈਣੀ ਹੈ ਇੱਕ if s = n, अगर उसका रिवर्स ਤੇ ओरिजिनल नंबर सेम आ जाए ਤਾਂ ਆਪਾਂ ਕੀ ਪ੍ਰਿੰਟ ਕਰ ਦਾਂਗੇ? printf ਲਿਖ ਦਿਓ C ਦੇ ਵਿੱਚ, C++ ਚ cout palindrome else
सी आउट लिख ਦਾਂਗੇ, नॉट पैलेंड्रोम। ठीक है, अगर हुण एक प्रॉब्लम है इस पॉइंट ते, n की वैल्यू कितनी है? अगर आप कहिए n की वैल्यू 1 2 3 4 है, 1 2 3 4 नहीं है हुण, क्योंकि जो लूप ਚੱਲੀ है, लूप तो बाद लूप खत्म कदों हुई? जो n की वैल्यू की होगी 0। सो ਆਪਾਂ ਨੂੰ ਕੀ ਕਰਨਾ ਪੈਣਾ, ਇੱਥੇ n ਦੀ ਜਗ੍ਹਾ ਤੇ n ਦੀ ओरिजिनल वैल्यू जो उसਨੂੰ ਕਿਸੇ 'ਚ ਸੇਵ ਕਰਕੇ ਰੱਖਣਾ ਪੈਣਾ। ਲਾਈਕ ਇੱਥੇ ਮੈਂ ਲਿਖਦਾ m = n। ਇਸ ਮੀਨਸ m ਦੇ ਵਿੱਚ ਕੀ ਹੈ? ओरिजिनल वैल्यू। s ਦੇ ਵਿੱਚ ਕੀ ਹੈ? ਉਹਦਾ ਰਿਵਰਸ। ਅਗਰ S ਤੇ M ਰਿਵਰਸ ਤੇ ओरिजिनल नंबर सेम है ਤਾਂ ਉਹ ਕੁਐਸਚਨ ਕੀ ਬਣਿਆ ਆਪਣਾ, ਜਾਂ ਉਹ ਜਿਹੜਾ ਨੰਬਰ ਹੈ ਉਹ ਕੀ ਹੈ ਆਪਣਾ? ਪੈਲੈਂਡਰੋਮ। ਅਗਰ ਉਹ ਸੇਮ ਨਹੀਂ ਹੈ ਫਿਰ ਉਹ ਕੀ ਹੈ? ਨॉट ਪੈਲੈਂਡਰੋਮ। ਠੀਕ ਹੈ, ਇੱਕ ਨੰਬਰ ਲਿਆ, ਉਸ ਨੂੰ ਰਿਵਰਸ ਕੀਤਾ ਹੈ, ਫਿਰ ਉਸ ਰਿਵਰਸ ਨੂੰ ਉਸ ओरिजिनल ਨੰਬਰ ਨਾਲ ਆਪਾਂ ਚੈੱਕ ਕੀਤਾ ਵੀ ਉਹ ਪੈਲੈਂਡਰੋਮ ਹੈਗਾ ਕਿ ਨਹੀਂ ਹੈਗਾ। ਇਸ ਕੁਐਸਚਨ ਨੂੰ ਮੈਂ ਥੋੜਾ ਜਿਹਾ ਹੋਰ ਮੋਲਡ ਕਰਦਾ। ਤੁਸੀਂ ਇਸ ਦੀ ਵੈਲਿਊ ਦੱਸਣੀ ਹੈ ਪਹਿਲਾਂ ਤਾਂ ਕੀ ਆਊਗੀ, ਫਿਰ ਇਹ ਤੁਹਾਨੂੰ ਮੈਂ ਕੁਐਸਚਨ ਦੱਸਦਾ ਵੀ ਇਹ ਕੁਐਸਚਨ ਕੀ ਚੀਜ਼ ਹੈ। S = S plus X multiply X multiply X। एक मिनट मैं पॉज कर रहा, तुसी इसकी आउटपुट दसो की आऊगी। नंबर भी तुहाडे कोल है, ठीक है, इसकी आउटपुट की आऊगी तुसी चैट च लिखो। 2 मिनट लो, प्रोग्राम की भी आउटपुट की आनी चाहिए है। ठीक है जी, एग्जैक्टली पहला की किया है 4 का क्यूब 64, 0 च प्लस करता 64 आ गया। देन 64 प्लस 3 का क्यूब 27 ऐड किया, 64 प्लस 27 91। देन 2 का क्यूब 8 99, 1 का क्यूब 100, एग्जैक्टली 100 आंसर आ गया। ठीक है, हुण मैं इत्थे क्वेश्चन थोड़ा जिहा चेंज करना, इत्थे लिखता मैं n = 153। हुण इसका आंसर की आऊगा देखो, अगर मैं हुण s की वैल्यू प्रिंट करा तो हुण इसका s की वैल्यू कितनी आऊगी? 3 का क्यूब 27 प्लस 5 का क्यूब 125 प्लस 1 का क्यूब 1, 1 प्लस 5 6, 6 प्लस 7 13, कैरी 1, 4 प्लस 1 5, then 1, ये कितना आ गया? 153। ਜਦੋਂ हरेक डिजिट का मतलब 153 है, 1 का क्यूब प्लस 5 का क्यूब प्लस 3 का क्यूब ये सेम नंबर बन जे तो उसनू बोलते हैं आर्मस्ट्रॉन्ग नंबर। आर्मस्ट्रॉन्ग नंबर्स। हुण इत्थे आपां लिखांगे इफ S = M printf ਜਾਂ cout number is Armstrong, else cout not an Armstrong number। ठीक है, भी हर एक डिजिट का लाइक कोई भी क्वेश्चन है जिवें 1 2 3 4, जो आप 1 2 3 4 किया सी 1 का क्यूब प्लस 2 का क्यूब प्लस 3 का क्यूब प्लस 4 का क्यूब कितना आ गया सी? 100 आया सी। वो इसके इक्वल थोड़ी है, तो ये आर्मस्ट्रॉन्ग नंबर नहीं है। अगर उन्होंने क्यूब करके सेम वही नंबर बन जाए तो वह नंबर की अपना आर्मस्ट्रॉन्ग। ठीक है, ये भी इंपॉर्टेंट क्वेश्चन है भी नंबर आर्मस्ट्रॉन्ग है कि नहीं है।
एक क्वेश्चन आप होर करते हैं अज वाली क्लास च। लाइक मैं एक क्वेश्चन लिख रहे हैं, एक नंबर आप एंटर कराया n 1 is equal to I is equal to 1 to n if n modulus I equal to 0 C out I। ਇਸ ਦੇ ਵਿੱਚ ਕੀ ਪ੍ਰਿੰਟ ਹੋਣਾ ਚਾਹੀਦਾ ਹੈ? ਸਿੰਪਲ ਛੋਟਾ ਜਿਹਾ ਪ੍ਰੋਗਰਾਮ ਹੈ, ਥੋੜੀ ਸਪੇਸ ਪਾ ਲਈਏ। ਇੱਕ ਵੈਲਿਊ n ਇਨਪੁਟ ਕਰਾਈ, ਠੀਕ ਹੈ, ਲੂਪ ਚਲਾਈ। ਅਗਰ ਸਪੋਜ਼ 15 ਹੈ ਤਾਂ ਲੂਪ ਚੱਲੀ ਆਪਣੀ 1 to 15। 15 ਮੋਡੂਲਸ 1 0 ਹੁੰਦਾ, ਯੈਸ 1 ਪ੍ਰਿੰਟ ਹੋ ਗਿਆ। 15 ਮੋਡੂਲਸ 2 0 ਹੁੰਦਾ, ਨਹੀਂ, ਰਿਮਾਈਂਡਰ 0 ਨਹੀਂ ਬਚਦਾ, ਇਹਦਾ 2 ਨਹੀਂ ਪ੍ਰਿੰਟ ਹੋਊਗਾ। 15 ਮੋਡੂਲਸ 3 0 ਹੁੰਦਾ, ਯੈਸ 3 ਪ੍ਰਿੰਟ ਹੋ ਜਾਊਗਾ। ਇਹਦੀ ਆਊਟਪੁੱਟ ਕੀ ਆ ਰਹੀ ਹੈ? ਇਹ ਜੇ ਆਪਾਂ ਦੇਖੀਏ ਇਸ ਦੀ ਆਊਟਪੁੱਟ ਆਊਗੀ ਆਪਣੀ ਉਸ ਨੰਬਰਸ ਦੇ ਜਿਹੜੇ ਆਪਣੇ ਫੈਕਟਰਸ ਹੈ, ਠੀਕ ਹੈ ਨਾ। ਲਾਈਕ n ਦੀ ਵੈਲਿਊ ਅਗਰ 15 ਹੈ ਤਾਂ ਉਸ ਦੇ ਫੈਕਟਰ ਕਿਹੜੇ ਕਿਹੜੇ ਹੈ? 1 3 5 ਤੇ 15 ਜਿਹੜੇ ਉਸਦੇ ਕੀ ਹੈ? ਫੈਕਟਰਸ ਹੈ। ਲਾਈਕ ਸੇਮ ਇਹੀ ਕੁਐਸਚਨ ਮੈਂ ਦੁਬਾਰਾ ਚਲਾਣਾ। ਅਗਰ ਮੈਂ ਇਸ ਤੇ 12 ਐਂਟਰ ਕਰਾਂ, ਹੁਣ 12 ਦੇ ਫੈਕਟਰ ਕਿਹੜੇ ਹੈ? 1 2 3 4 6 ਐਂਡ 12। ਕਲੀਅਰ ਹੈ ਨਾ, ਉਹਦੇ ਫੈਕਟਰ ਪ੍ਰਿੰਟ ਹੋ ਰਹੇ ਆ। ਇਹ ਕੁਐਸਚਨ ਵੀ ਤੁਸੀਂ ਕਰਕੇ ਦੇਖਣਾ। ਇਸ ਨੂੰ ਮੈਂ ਅਪਲੋਡ ਕਰ ਦੂੰਗਾ ਵੀਡੀਓ ਤੇ, ਉਦੋਂ ਰਨ ਕਰਨਾ ਹੈ। ਹੁਣ ਮੈਂ ਆਪਾਂ ਕੱਲ ਇੱਕ ਲਾਸਟ ਵੀਡੀਓ 'ਚ ਕੀਤਾ ਸੀ ਉਹਦੇ ਕਾਊਂਟ ਕਰਨੇ, ਵੀ ਫੈਕਟਰ ਕਾਊਂਟ ਕਰ ਦੋ ਕਿੰਨੇ ਹੈ। ਤਾਂ ਉਹਦੇ ਲਈ ਆਪਾਂ ਕੀ ਲਿਖਿਆ ਸੀ? c ਇਕੁਅਲ ਟੂ c ਪਲੱਸ 1। ਸਟਾਰਟਿੰਗ 'ਚ c 0, ਇੱਥੇ ਮੈਂ ਲਿਖਤਾ c ਆਊਟ ਕਾਊਂਟ ਇਜ਼ ਇਕੁਅਲ ਟੂ c। ਉਸਦੇ ਫੈਕਟਰਸ ਕੇਵਲ ਪ੍ਰਿੰਟ ਕਰਨੇ ਆ, ਵੀ ਸਾਰੇ ਪ੍ਰਿੰਟ ਨਹੀਂ ਕਰਨੇ, ਇਕੱਲਾ ਕਾਊਂਟ ਪ੍ਰਿੰਟ ਕਰਨਾ ਹੈ। ਉਹਦੀ ਤਾਂ ਕਾਊਂਟ ਕਿੰਨਾ ਹੈ। ਲਾਈਕ 12 ਕੀਤਾ ਹੈ ਤਾਂ ਆਂਸਰ ਕਿੰਨਾ ਆ ਗਿਆ? 6, ਕਿਉਂਕਿ ਉਹਦੇ ਫੈਕਟਰਸ ਕਿੰਨੇ ਹੈ? 6 ਹੈ। ਅਗਰ 15 ਐਂਟਰ ਕੀਤਾ ਹੈ ਤਾਂ ਕਿੰਨੇ ਆ ਗਏ ਕਾਊਂਟ? 4, ਕਿਉਂਕਿ ਉਹਦੇ ਫੈਕਟਰ 4 ਹੈ। ਅਗਰ ਮੈਂ 11 ਐਂਟਰ ਕੀਤਾ ਹੈ ਤਾਂ ਕਿੰਨੇ ਆ ਗਿਆ ਕਾਊਂਟ? 2, ਮਤਲਬ ਉਹਦੇ ਕਿੰਨੇ ਫੈਕਟਰਸ ਹੈ? ਕੇਵਲ 2 ਫੈਕਟਰਸ ਹੈ। ਹੁਣ ਇਸੇ ਕੁਐਸਚਨ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਪ੍ਰਾਈਮ ਨੰਬਰ ਫਾਈਂਡ ਕਰਨ ਲਈ। ਪ੍ਰਾਈਮ ਨੰਬਰ ਕਿਹੜਾ ਹੁੰਦਾ ਹੈ? ਜਿਸ ਦੇ ਇਕੱਲੇ 2 ਹੀ ਫੈਕਟਰ ਹੋਣ, ਇੱਕ ਉਹ ਆਪ, ਇੱਕ 1। ਲਾਈਕ ਜਿਵੇਂ ਹੁਣ ਅਗਰ c ਦੀ ਵੈਲਿਊ 2 ਹੈ, ਅਗਰ c 2 ਹੋ ਜਾਂਦਾ ਹੈ ਮਤਲਬ ਉਹਦੇ ਜਿਹੜੇ ਫੈਕਟਰ ਹੈ ਉਹ 2 ਹੈ, ਤਾਂ ਆਪਾਂ ਕੀ ਕਵਾਂਗੇ? ਨੰਬਰ ਕੀ ਹੈ? ਪ੍ਰਾਈਮ ਹੈ। ਅਗਰ ਨਹੀਂ ਤਾਂ ਉਹ ਕੀ ਹੈ? ਨਾਟ ਏ ਪ੍ਰਾਈਮ ਨੰਬਰ ਹੈ। ਹੁਣ ਕਾਊਂਟ ਆਪਾਂ ਕਰ ਲਏ, ਠੀਕ ਹੈ। ਅਗਰ ਕਾਊਂਟ 2 ਦੇ ਇਕੁਅਲ ਹੈ ਤਾਂ ਉਹ ਪ੍ਰਾਈਮ ਨੰਬਰ ਹੋਊਗਾ। ਲਾਈਕ ਜਿਵੇਂ ਆਪਾਂ ਦੇਖੀਏ, ਐਗਜ਼ੀਕਿਊਟ ਕਰਕੇ ਦੇਖਦੇ ਹਾਂ ਪ੍ਰੋਗਰਾਮ। ਮੈਂ ਕੀਤਾ 12, ਇਹਦਾ ਕਿੰਨੇ ਹੈ ਕਾਊਂਟ? 6, ਤਾਂ ਇਹ ਕੀ ਹੈ? ਨਾਟ ਏ ਪ੍ਰਾਈਮ ਨੰਬਰ। ਮੈਂ ਕੀਤਾ 11, ਇਹਦੇ ਫੈਕਟਰ ਕਿੰਨੇ ਹੈ? 2, 1 ਤੇ 11 ਕਿਸੇ ਹੋਰ ਦੇ ਟੇਬਲ 'ਚ ਨਹੀਂ ਆਉਂਦਾ, ਤਾਂ ਇਹ ਨੰਬਰ ਕੀ ਹੈ? ਪ੍ਰਾਈਮ ਨੰਬਰ। ਸਿਮਿਲਰਲੀ 39 ਕੀ ਹੈ? ਨਾਟ ਏ ਪ੍ਰਾਈਮ ਨੰਬਰ। 41 ਇਜ਼ ਏ ਪ੍ਰਾਈਮ ਨੰਬਰ। ਆਪਾਂ ਕੀਤਾ ਕੀ ਹੈ? ਉਹਦੇ ਇਕੱਲੇ ਕੀ ਕਾਊਂਟ ਕੀਤੇ? ਉਹਦੇ ਫੈਕਟਰਸ ਕਾਊਂਟ ਕੀਤੇ ਹੈ। ਅਗਰ ਉਹ ਫੈਕਟਰਸ ਕੇਵਲ 2 ਹੀ ਹਨ, ਅਗਰ ਕਾਊਂਟ ਜਿਹੜਾ ਕੇਵਲ 2 ਹੀ ਹੈ, ਤਾਂ ਆਪਾਂ ਨੰਬਰ ਨੂੰ ਕੀ ਕਵਾਂਗੇ? ਪ੍ਰਾਈਮ ਨੰਬਰ, ਠੀਕ ਹੈ ਨਾ। ਅੱਜ ਵਾਲਾ ਜਿਹੜਾ ਆਪਣਾ ਵੀਡੀਓ ਹੈ ਬਹੁਤ ਇੰਪੋਰਟੈਂਟ ਹੈ। ਕਿਹੜੇ ਕਿਹੜੇ ਕੁਐਸਚਨ ਕੀਤੇ ਆਪਾਂ? ਸਮ ਆਫ ਡਿਜਿਟਸ, ਰਿਵਰਸ ਆਫ ਏ ਨੰਬਰ, ਪੈਲੈਂਡਰੋਮ ਨੰਬਰ ਹੈ ਕਿ ਨਹੀਂ, ਆਰਮਸਟਰੋਂਗ ਨੰਬਰ ਹੈ ਕਿ ਨਹੀਂ, ਫੈਕਟਰਸ ਕਾਊਂਟ ਕਰਨਾ, ਫੈਕਟਰਸ ਪ੍ਰਿੰਟ ਕਰਨਾ ਹੈ, ਇਹ ਚੈੱਕ ਕਰਨਾ ਪ੍ਰਾਈਮ ਹੈਗਾ ਕਿ ਨਹੀਂ ਹੈਗਾ, ਠੀਕ ਹੈ ਨਾ। ਇਸ ਵੀਡੀਓ ਨੂੰ ਦੇਖ ਲਿਓ। ਅਗਰ ਕੋਈ ਕਨਫਿਊਜ਼ਨ ਹੋਈ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਆ, ਠੀਕ ਹੈ ਨਾ।
ਲਾਈਕ ਇਸ ਦੀ ਆਊਟਪੁੱਟ ਕੀ ਆਣੀ ਚਾਹੀਦੀ ਹੈ? i ਇਕੁਅਲ ਟੂ 100, i ਲੈਸ ਦੈਨ 10। ਬਿਲਕੁਲ ਸਹੀ ਲਿਖਿਆ, ਨੋ ਆਊਟਪੁੱਟ, ਕੋਈ ਆਊਟਪੁੱਟ ਨਹੀਂ ਆਊਗੀ। ਕਿਉਂ ਨਹੀਂ ਆਊਗੀ? ਕਿਉਂਕਿ ਸਾਡੀ ਕੰਡੀਸ਼ਨ ਗਲਤ ਹੈ। ਆਪਾਂ ਕੀ ਲਿਖਿਆ ਵੀ ਸਟਾਰਟਿੰਗ 100 ਤੋਂ ਹੋਵੇ ਤੇ ਉਦੋਂ ਤੱਕ ਚੱਲੇ ਜਦੋਂ ਤੱਕ i 10 ਤੋਂ ਸਮੋਲਰ ਹੈ। ਇਸ ਦੀ ਆਊਟਪੁੱਟ ਕੀ ਹੋਣੀ ਚਾਹੀਦੀ ਹੈ, ਇਹ ਲਿਖੋ ਹੁਣ। ਹਾਂਜੀ, ਸਾਰੇ ਸਟੂਡੈਂਟ ਟਰਾਈ ਕਰੋ, ਇਸ ਦੀ ਆਊਟਪੁੱਟ ਕੀ ਹੋਣੀ ਚਾਹੀਦੀ ਹੈ। ਬਿਲਕੁਲ 100, 95, 90, ਕਿਉਂਕਿ ਕੀ ਹੋ ਰਿਹਾ ਆਪਣਾ 5 ਦਾ ਡਿਕਰੀਮੈਂਟ ਹੁੰਦਾ ਜਾ ਰਿਹਾ। ਬਿਲਕੁਲ ਸਹੀ ਹੈ, ਠੀਕ ਹੈ। ਨੈਕਸਟ, ਅਗਰ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦੀ ਹੈ, ਉਹ ਕਲਾਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਮੈਨੂਅਲੀ ਸੋਲਵ ਕਰਕੇ ਦੇਖਿਓ, ਠੀਕ ਹੈ। ਮੈਂ ਥੋੜੀ ਜਿਹੀ ਇੱਥੇ ਚੇਂਜਸ ਕਰ ਰਿਹਾ ਹੁਣ। 1 ਮਿੰਟ ਹੀ ਲਈਓ ਤੁਸੀਂ, ਇੱਕ ਤੋਂ ਜ਼ਿਆਦਾ ਮਿੰਟ ਨਹੀਂ ਲੈਣਾ ਆਪਾਂ। ਇਸ ਦੀ ਆਊਟਪੁੱਟ ਕੀ ਹੈ? ਐਗਜ਼ੈਕਟਲੀ ਸਿੰਪਲ ਹੈ, 1 2 3 ਅਪ ਟੂ 100। ਹੁਣ ਮੈਂ ਥੋੜਾ ਚੇਂਜ ਕਰ ਰਿਹਾ, ਧਿਆਨ ਨਾਲ ਅਗਲਾ ਦੇਖੋ। i ਮੋਡੂਲਸ 7 ਇਕੁਅਲ ਟੂ 0। ਇਸ ਦੀ ਆਊਟਪੁੱਟ ਕੀ ਆਣੀ ਚਾਹੀਦੀ ਹੈ? ਹੁਣ ਚੈੱਕ ਕਰੋ। ਇੱਕ ਹੋਰ ਤੁਸੀਂ ਪ੍ਰੋਗਰਾਮ ਨਾ, ਇਹਨੂੰ ਕਹਿੰਦੇ ਇਡੈਂਟੇਸ਼ਨ। ਇਡੈਂਟੇਸ਼ਨ ਮਤਲਬ ਜਦੋਂ ਬ੍ਰੈਕਟ ਸਟਾਰਟ ਹੁੰਦੀ ਹੈ, ਅਗਲੀ ਜਿਹੜੀ ਲਾਈਨ ਹੈ ਥੋੜੀ ਜਿਹੀ ਅੱਗੇ ਕਰਕੇ ਲਿਖਣੀ ਹੈ, ਫਿਰ ਇਸ ਬ੍ਰੈਕਟ ਤੋਂ ਬਾਅਦ ਫਿਰ ਥੋੜੀ ਜਿਹੀ ਅੱਗੇ ਕਰਕੇ, ਠੀਕ ਹੈ। ਇਸ ਤਰੀਕੇ ਪ੍ਰੋਗਰਾਮ ਟਾਈਪ ਕਰਨਾ ਜਦੋਂ ਵੀ ਆਪਾਂ ਐਗਜ਼ਾਮ ਦੇ ਵਿੱਚ ਕਰਨਾ ਹੈ। ਅਗਰ ਸਪੋਜ਼ ਮੈਂ ਇੱਕ ਲਾਈਨ 'ਚ ਸਾਰਾ ਪ੍ਰੋਗਰਾਮ ਲਿਖਦਾ ਤਾਂ ਕੋਈ ਨੰਬਰ ਬਹੁਤ ਕੱਟੇ ਜਾਂਦੇ ਉਸ ਦੇ ਨਾਲ, ਕਿਉਂਕਿ ਉਹ ਰੀਡੇਬਲ ਨਹੀਂ ਹੁੰਦਾ, ਸਮਝ ਨਹੀਂ ਆਉਂਦਾ। ਹਾਂਜੀ, ਇਸ ਦੀ ਆਊਟਪੁੱਟ ਕੀ ਆਣੀ ਚਾਹੀਦੀ ਹੈ? ਮੀਨਸ ਅਗਰ ਮੈਂ ਇਫ ਨਹੀਂ ਲਗਾਇਆ ਸੀ, ਫਿਰ ਕੀ ਪ੍ਰਿੰਟ ਹੋ ਰਿਹਾ ਸੀ? 1 2 3 4 ਅਪ ਟੂ 100। ਹੁਣ ਕੇਵਲ ਕਦੋਂ ਪ੍ਰਿੰਟ ਹੋਊਗਾ? ਓਨਲੀ ਇਫ ਨੰਬਰ ਇਜ਼ ਡਿਵੀਜ਼ੀਬਲ ਬਾਈ 7। ਅਗਰ ਉਹ ਕੇਵਲ 7 ਤੇ ਡਿਵੀਜ਼ੀਬਲ ਹੈ, 1 ਤੋਂ ਲੈ ਕੇ 100 ਤੱਕ, ਕੇਵਲ ਉਹੀ ਪ੍ਰਿੰਟ ਹੋਣਗੇ, ਲਾਈਕ 7 14 21 ਅਪ ਟੂ 90 ਹੈ। ਕਲੀਅਰ ਹੈ ਨਾ ਇਹ? ਅਗਲਾ ਕੁਐਸਚਨ ਮੈਂ ਚੇਂਜ ਕਰ ਰਿਹਾ, ਔਰ i ਮੋਡੂਲਸ 10 ਇਕੁਅਲ ਟੂ 0। ਇਸ ਦੀ ਆਊਟਪੁੱਟ ਇਹ ਮੈਂ ਵੀਡੀਓ ਅਪਲੋਡ ਕਰ ਦੂੰਗਾ, ਤੁਸੀਂ ਉਸ ਦੇ ਅਕੋਰਡਿੰਗ ਇਸ ਦੀ ਥੋੜੀ ਜਿਹੀ ਹੋਰ ਪ੍ਰੈਕਟਿਸ ਕਰਨੀ ਹੈ ਨਾਲ ਦੀ ਨਾਲ। ਫਿਰ ਬਿਲਕੁਲ ਸਹੀ ਹੈ। ਔਰ ਮਤਲਬ ਜਾਂ ਤਾਂ 7 ਤੇ ਡਿਵੀਜ਼ੀਬਲ ਹੋਵੇ ਜਾਂ ਉਹ 10 ਤੇ ਡਿਵੀਜ਼ੀਬਲ ਹੋਵੇ। ਪ੍ਰੋਗਰਾਮ ਰਨ ਕੀਤਾ, ਕੀ ਆ ਗਿਆ? 7 10 14 20 21 28 30। ਜਾਂ ਤਾਂ 7 ਤੇ ਡਿਵੀਜ਼ੀਬਲ ਹੋ ਰਹੇ ਹੈ ਜਾਂ ਉਹ 10 ਤੇ ਹੋ ਰਹੇ ਹੈ। ਹੁਣ ਅਗਰ ਮੈਂ ਇਸ ਨੂੰ ਵਾਈਲ 'ਚ ਕਰਨਾ ਹੈ ਤਾਂ ਕੀ ਕਰਨਾ ਪਊਗਾ ਮੈਨੂੰ? ਸਪੋਜ਼ ਵਾਈਲ 'ਚ ਕਰਨਾ ਹੈ, ਫਿਰ ਉਹ ਤਿੰਨ ਚੀਜ਼ਾਂ ਅਲੱਗ-ਅਲੱਗ ਲਿਖਣੀਆਂ, ਸਟਾਰਟਿੰਗ ਪੁਆਇੰਟ, ਐਂਡ ਪੁਆਇੰਟ। ਜਿਹੜੀ ਮੇਨ ਗੱਲ ਹੈ, ਜਿਹੜਾ i ਇਜ਼ ਇਕੁਅਲ ਟੂ i ਪਲੱਸ 1 ਲਿਖਣਾ ਹੈ, ਉਹ ਬ੍ਰੈਕਟ ਤੋਂ ਇਫ ਤੋਂ ਬਾਹਰ ਲਿਖਣਾ ਹੈ। ਇਸ ਕਰਕੇ ਮੈਂ ਇਸ ਨੂੰ ਵਾਈ 'ਚ ਕਨਵਰਟ ਕਰਕੇ ਤੁਹਾਨੂੰ ਦਿਖਾ ਰਿਹਾ ਵੀ ਉਸ ਨੂੰ ਆਪਾਂ ਨੂੰ ਇਸ ਇਫ ਤੋਂ ਬਾਹਰ ਲਿਖਣਾ ਹੈ। ਅਗਰ ਇਫ ਦੇ ਅੰਦਰ ਲਿਖਤਾ ਫਿਰ ਉਹ ਇਨਫਾਈਨਾਈਟ ਲੂਪ 'ਚ ਚੱਲ ਜਾਂਦਾ ਹੈ। ਇਹ ਯਾਦ ਰੱਖਣਾ ਹੈ, ਜਿਹੜਾ ਇਨਕਰੀਮੈਂਟ ਹੈ ਉਹ ਹਮੇਸ਼ਾ ਕਿੱਥੇ ਲੱਗੂਗਾ? ਬ੍ਰੈਕਟ ਤੋਂ ਬਾਹਰ। ਚਲੋ ਹੁਣ ਇਸ ਦਾ ਦੱਸੋ, ਐਂਡ i, ਹੁਣ ਕੀ ਆਨਸਰ ਆਊਗਾ?
ਬਿਲਕੁਲ ਸਹੀ। 1 ਤੋਂ ਲੈ ਕੇ 100 ਤੱਕ, 1 ਤੋਂ ਲੈ ਕੇ 100 ਤੱਕ ਕਿਹੜਾ ਨੰਬਰ ਹੈ ਜਿਹੜਾ 7 ਤੇ ਵੀ ਡਿਵੀਜ਼ੀਬਲ ਹੈ ਤੇ 10 ਤੇ ਵੀ ਡਿਵੀਜ਼ੀਬਲ ਹੈ? ਉਹ ਕੀ ਹੋਊਗਾ ਆਪਣਾ 70। ਕਲੀਅਰ ਹੈ, ਬਿਲਕੁਲ ਸਹੀ ਆਨਸਰ ਹੈ 70। ਹੋਰ ਮੋਡੀਫਾਈ ਕਰਦੇ ਹਾਂ ਥੋੜਾ ਜਿਹਾ ਕੁਐਸਚਨ ਨੂੰ, ਇਸ ਨੂੰ। ਹਾਂਜੀ, ਇਸ ਦੀ ਆਊਟਪੁੱਟ ਸੌਰੀ ਇੱਥੇ ਆਪਾਂ ਲਿਖ ਲਈਏ 1 ਲਿਖ ਦਿੰਦੇ। ਮੈਥਮੈਟਿਕਸ ਹੀ ਹੈ, ਪਲੱਸ ਮਾਈਨਸ ਹੈ, ਕਾਪੀ ਤੇ ਕਰਕੇ ਦੇਖੋ, ਫਿਰ ਉਹਨੂੰ ਰਨ ਕਰਕੇ ਦੇਖੋ ਵੀ ਕੀ ਆਊਟਪੁੱਟ ਆਉਣੀ ਚਾਹੀਦੀ ਹੈ। ਮੈਂ ਪ੍ਰਿੰਟ ਕੀ ਕਰ ਰਿਹਾ, ਜੇ ਆਈ ਨਹੀਂ ਕਰ ਰਿਹਾ, ਜੇ ਪ੍ਰਿੰਟ ਕਰ ਰਿਹਾ। ਹੁਣ ਇਸ ਦੀ ਆਊਟਪੁੱਟ ਤੁਸੀਂ ਕੈਲਕੂਲੇਟ ਕਰੋ। ਹਾਂਜੀ ਠੀਕ ਹੈ, ਬਿਲਕੁਲ। ਲਾਈਕ 10 + 1 11, ਅਗਲੀ ਵਾਰ ਆਈ ਕਿੰਨਾ ਹੋ ਗਿਆ 100, 100 + 1 101, ਦੈਨ 1000 + 1 ਦੈਨ 1000 + 1 ਲਿਖ ਦੇਣਾ 1001। ਠੀਕ ਹੈ ਨਾ, ਸਿੰਪਲੀ ਉਹੀ 11 101 1001 1001। ਠੀਕ ਹੈ, ਥੋੜਾ ਜਿਹਾ ਇਹਨੂੰ ਹੋਰ ਮੋਡੀਫਾਈ ਕਰਦਾ ਮੈਂ। ਹੁਣ ਆਊਟਪੁੱਟ ਦੇਖੋ, ਪ੍ਰੋਗਰਾਮਿੰਗ ਕੋਈ ਮੁਸ਼ਕਿਲ ਨਹੀਂ ਹੈ, ਬਸ ਮੈਥਮੈਟੀਕਲੀ ਸਾਡੇ ਦਿਮਾਗ ਦੇ ਵਿੱਚ ਫਿੱਟ ਹੋਣੀਆਂ ਚਾਹੀਦੀਆਂ ਚੀਜ਼ਾਂ। ਹੁਣ ਜੋ ਲੂਪਸ ਹੈ ਉਹ ਕੰਪਲੀਕੇਟਿਡ ਕਿਉਂ ਬਣਦੀਆਂ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇੱਕ ਤੋਂ ਜ਼ਿਆਦਾ ਵੇਰੀਏਬਲ ਹੋਣੇ ਚਾਹੀਦੇ ਆ। ਲਾਈਕ ਇਸ ਕੇਸ ਦੇ ਵਿੱਚ ਕੀ ਹੈ, ਸਾਡਾ ਆਈ ਵੀ ਚੱਲ ਰਿਹਾ, ਜੇ ਵੀ ਹੈ, ਕੇ ਵੀ ਹੈ। ਆਈ ਦੀ ਵੈਲਿਊ ਕਿੰਨੀ ਹੈ, ਜੇ ਦੀ ਕਿੰਨੀ ਹੈ, ਕੇ ਦੀ ਕਿੰਨੀ ਹੈ, ਉਹ ਸਾਰੀ ਮੈਨੇਜ ਹੋ ਰਹੀ ਹੈ। ਸਟਾਰਟਿੰਗ ਆਈ ਦੀ ਵੈਲਿਊ ਕੀ ਹੈ 10, ਆਈ ਦੀ ਵੈਲਿਊ 10 ਹੈ, ਕੇ ਦੀ ਵੈਲਿਊ 1 ਹੈ। 10 + 1 ਕਿੰਨਾ ਹੋਣਾ ਚਾਹੀਦਾ ਹੈ 11। ਹਾਂਜੀ, ਪੂਰੀ ਸੀਰੀਜ਼ ਲਿਖੋ, ਕੇਵਲ 2 ਨਹੀਂ ਲਿਖਣੇ, ਘੱਟ ਤੋਂ ਘੱਟ 4 ਜ਼ਰੂਰ ਲਿਖੀਦੇ ਆ। ਠੀਕ ਹੈ ਨਾ, ਕਦੀ ਕਦੀ 1 2 ਤੱਕ ਸਾਨੂੰ ਲੱਗਦਾ ਆਨਸਰ ਠੀਕ ਆ ਰਿਹਾ, ਉਸ ਤੋਂ ਬਾਅਦ ਗਲਤੀ ਹੋਣ ਦੇ ਚਾਂਸ ਹੁੰਦੇ ਆ। ਠੀਕ ਹੈ, ਮੇਰੇ ਖਿਆਲ ਨਾਲ ਇਹ ਠੀਕ ਲੱਗ ਰਿਹਾ।
ठीक है, देखो 11 102 1003 1004 क्लियर है ना, क्योंकि के भी इंक्रीमेंट कर रहा नाल दी नाल। जी ਆਪਾਂ ਲੈ ਲਈਏ 1 0। इस बार आउटपुट थोड़ी डिफरेंट आऊगी क्योंकि जे की वैल्यू अपडेट हो रही है, उसनों 10 ਨਾਲ मल्टीप्लाई कर रहे हैं। ਐਗਜ਼ੀਕਿਊਟ ਕਰਕੇ ਦੇਖੋ, ਇਸ ਦੀ ਇਹ ਆਊਟਪੁੱਟ ਨਹੀਂ ਆਣੀ। ਹੁਣ ਲਾਈਕ ਤੁਸੀਂ ਇਹ ਲਿਖ ਰਹੇ 102 10002 3, ਇਹ ਥੋੜੀ ਆ ਰਹੀ ਹੈ। ਦੇਖੋ ਮੈਥਮੈਟਿਕਲੀ ਇਹਨੂੰ ਚਲਾ ਕੇ ਦੇਖੋ ਨਾ ਇੱਕ ਵਾਰ, ਦੇਖੋ 1 1 1 1 1 2 1 1 2 3 फिर 1 1 2 3 4, इस तरीके चलता जाऊगा वो। ठीक है ना, एग्जैक्टली ठीक है। शशांत नीतीश सही है। ठीक है, ये मैथमैटिक्स है। हुण मैथमैटिक्स साडे दिमाग दे विच हुण चलना चाहिए। लाइक इस केस च चलो हुण तुसी कल तक ट्राई करना, ये मैनू 1 1 नहीं चाहिए इत्थे की आवे 1 1 2 1 2 3 1 2 3 4, 1 1 नहीं चाहिए। उहदे लई आपां की करांगे, ये कल तक तुसी ट्राई करके देखना। मैं अज थोड़ा होर प्रोग्राम चेंज कर रहे हैं इत्थे। तुसी इसकी आउटपुट लिखनी है, ईजी है वैसे ये। सॉरी, इत्थे आपां अलग वेरीएबल ही ले लीए, इसकी आउटपुट लिखनी है की आऊगी। सॉरी, k इक्वल टू 1 1 1 1 1 लिखना था, k इक्वल टू 1। बिल्कुल नीतीश गोयल, ठीक है ठीक है। कदी कदी प्रोग्राम एवें लगता भी कंपलीकेटेड होगा, बट वो हुंदा नहीं। अगर मैं इत्थे देखो हुण /n लिखदा, /n किस लिए हुंदा, न्यू लाइन दे लई। ठीक है, 19999949 क्लियर है ना। अगर +1 कर दिए,
फिर 1 11, ठीक है ना, बिल्कुल सही है। इस तरीके ਤੁਸੀਂ